ਦੇ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ। ਉਹ ਸ਼ਰਧਾ ਕਿਵੇਂ ਪੈਦਾ ਹੁੰਦੀ ਹੈ? ਔਰ ਜਿਨ੍ਹਾਂ ਦੇ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਹੈ, ਉਹਨਾਂ ਦਾ ਵੇਖਣਾ ਤੇ ਉਹਨਾਂ ਦਾ ਬੋਲਣਾ ਕੈਸਾ ਹੈ। ਦੂਜੇ ਸ਼ਬਦਾਂ 'ਚ ਇਵੇਂ ਕਹਿ ਸਕਦੇ ਹਾਂ, ਜਿਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਉਸ ਦਾ ਆਚਾਰ ਤੇ ਉਸ ਦਾ ਵਿਹਾਰ ਕੈਸਾ ਹੈ। ਉਹਦਾ ਸੁਣਨਾ ਤੇ ਉਹਦਾ ਬੋਲਣਾ ਕੈਸਾ ਹੈ। ਪਹਿਲਾਂ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਸਮਝਣ ਤੋਂ ਪਹਿਲਾਂ ਜਦੋਂ ਤੱਕ ਮਨੁੱਖ ਦੀ ਸ਼ਰਧਾ ਸਤ ਸੰਗਤ ਦੇ ਗੁਰੂ ਦੀਆਂ ਬੋਲਾਂ ਤੇ ਨਹੀਂ ਆਏਗੀ, ਉਦੋਂ ਤਾਈਂ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਔਰ ਦੂਜੀ ਗੱਲ ਇੱਕ ਹੋਰ ਵੀ ਹੈ, ਜਦੋਂ ਅਸੀਂ ਸ਼ਬਦ ਪ੍ਰਾਪਤੀ ਦਾ ਵਰਤਦੇ ਹਾਂ ਕਿ ਮਨੁੱਖ ਦੀ ਇਹ ਮੰਗ ਹੈ ਮੈਨੂੰ ਪ੍ਰਾਪਤੀ ਹੋ ਜਾਏ, ਪਹਿਲੀ ਗੱਲ ਇਹ ਵੀ ਹੈ, ਜਿਸ ਚੀਜ਼ ਦੀ ਮਨੁੱਖ ਦੀ ਮੰਗ ਹੀ ਨਹੀਂ ਹੈ, ਉਹ ਚੀਜ਼ ਨਹੀਂ ਮਿਲਦੀ ਹੁੰਦੀ। ਪਹਿਲੀ ਗੱਲ ਇਹ ਹੈ, ਮਨੁੱਖ ਦੀ ਮੰਗ ਕੀ ਹੈ? ਕਿ ਮਨੁੱਖ ਦੀ ਮੰਗ ਦੇ ਵਿੱਚ ਪਰਮਾਤਮਾ ਹੈ? ਉਸ ਦੀ ਮੰਗ ਦੇ ਵਿੱਚ ਪਰਮਾਤਮਾ ਦਾ ਨਾਮ ਹੈ? ਜੇ ਉਸ ਦੀ ਮੰਗ ਦੇ ਵਿੱਚ ਹੀ ਨਹੀਂ, ਫਿਰ ਮਿਲੇਗਾ ਵੀ ਨਹੀਂ। ਪਹਿਲਾਂ ਉਸ ਦੀ ਮੰਗ ਦੇ ਵਿੱਚ ਹੋਣਾ ਜ਼ਰੂਰੀ ਹੈ। ਪਹਿਲਾਂ ਜਦੋਂ ਅਸੀਂ ਸਤ ਸੰਗਤ ਵਿੱਚ ਆਉਂਦੇ ਹਾਂ, ਅਸਲ ਦੇ ਵਿੱਚ ਉਦੋਂ ਮੰਗ ਨਹੀਂ ਹੁੰਦੀ। ਬੈਠਿਆਂ ਸਿਰਫ ਇੰਨਾ ਪਤਾ ਲੱਗਦਾ ਮੈਂ ਅਗਿਆਨੀ ਹਾਂ, ਅੰਧੇਰਾ ਹੈ ਮੇਰੇ ਅੰਦਰ, ਮੈਨੂੰ ਚਾਨਣ ਦੀ ਲੋੜ ਹੈ। ਸਤ ਸੰਗਤ ਵਿੱਚ ਆ ਕੇ ਇਹ ਪਤਾ ਲੱਗਦਾ ਹੈ ਅੰਦਰ ਅੰਧੇਰਾ ਹੈ, ਚਾਨਣ ਦੀ ਲੋੜ ਹੈ। ਚਾਨਣ ਮਿਲੇਗਾ ਕਿਵੇਂ? ਇਹ ਸੰਗਤ ਵਿੱਚ ਪਤਾ ਲੱਗਦਾ ਹੈ। ਪਹਿਲੀ ਗੱਲ ਤੇ ਇਹ ਮੰਨ ਲਈ ਜਾਂਦੀ ਹੈ, ਸੰਗਤ ਵਿੱਚ ਆ ਕੇ ਅੰਧੇਰਾ ਤੇ ਹੈ, ਇਹ ਤੇ ਸੱਚਾਈ ਹੈ। ਜਦੋਂ ਤਾਈਂ ਅੰਧੇਰੇ ਦਾ ਪਤਾ ਨਹੀਂ ਲੱਗੇਗਾ, ਚਾਨਣ ਦੀ ਖੋਜ ਨਹੀਂ ਹੋਏਗੀ। ਇਸ ਕਰਕੇ ਪਹਿਲਾਂ ਤੇ ਮਨੁੱਖ ਨੂੰ ਇਹ ਪਤਾ ਲੱਗੇ ਅੰਧੇਰਾ ਹੈ, ਫਿਰ ਉਹ ਚਾਨਣ ਦੀ ਖੋਜ ਕਰੇਗਾ। ਚਾਨਣ ਦੀ ਖੋਜ ਦੇ ਲਈ ਵਸੀਲਾ ਹੈ ਸੰਗਤ। ਚਾਨਣ ਦੀ ਖੋਜ ਦੇ ਲਈ ਪਹਿਲੀ ਜਗ੍ਹਾ ਹੈ ਸੰਗਤ। ਸਤ ਸੰਗਤ ਦੇ ਵਿੱਚ ਇਹ ਪਤਾ ਲੱਗਦਾ ਹੈ ਉਸ ਦੀ ਪ੍ਰਾਪਤੀ ਕਿਵੇਂ ਹੋਈ। ਪਰ ਦੁਨਿਆਵੀ ਤੌਰ ਤੇ ਹਜ਼ਾਰਾਂ ਸਾਲਾਂ ਤੋਂ ਜਦੋਂ ਦੀ ਦੁਨੀਆ ਪੈਦਾ ਹੋਈ ਹੈ, ਵਿਦਵਾਨ ਤੇ ਇਹ ਮੰਨਦੇ ਨੇ ਇਹਨਾਂ ਸਾਗਰਾਂ ਦੇ ਵਿੱਚ ਪਾਣੀ ਨਹੀਂ ਹੈ ਜਿੰਨਾ ਪਾਣੀ ਮਨੁੱਖ ਦੀਆਂ ਅੱਖਾਂ ਚੋਂ ਵਹਿਆ ਹੈ ਰੋ ਰੋ ਕੇ। ਔਰ ਕਾਹਦੇ ਲਈ? ਕਿ ਪ੍ਰਮਾਤਮਾ ਦੀ ਮੰਗ ਵਾਸਤੇ ਨਹੀਂ, ਦੁਨਿਆਵੀ ਵਸਤੂਆਂ ਦੀ ਮੰਗ ਵਾਸਤੇ। ਪ੍ਰਮਾਤਮਾ ਦੀ ਮੰਗ ਦੇ ਵਾਸਤੇ ਕਦੇ ਕਦੇ ਕੋਈ ਰੋਂਦਾ ਹੈ। ਦੁਨਿਆਵੀ ਤੌਰ ਤੇ ਵਸਤੂਆਂ ਦੇ ਵਾਸਤੇ ਸਾਰੇ ਹੀ ਰੋਂਦੇ ਨੇ, ਵੱਡਾ ਵੀ ਰੋਂਦਾ ਹੈ, ਛੋਟਾ ਵੀ ਰੋਂਦਾ। ਔਰ ਇਹ ਰੋਣੇ ਚੱਲਦੇ ਰਹਿੰਦੇ ਨੇ, ਇਹ ਰੋਣੇ ਕਦੀ ਸਮਾਪਤ ਨਹੀਂ ਹੁੰਦੇ। ਇੱਕ ਤੋਂ ਗਾਂ ਦੂਜਾ, ਦੂਜੇ ਤੋਂ ਅੱਗੇ ਤੀਜਾ, ਇਹ ਰੋਣਿਆਂ ਦੀ ਸਮਾਪਤੀ ਨਹੀਂ ਹੈ। ਇਹਨਾਂ ਦੀ ਸਮਾਪਤੀ ਹੋ ਜਾਏਗੀ ਜਿਸ ਦਿਨ ਗੁਰੂ ਦੇ ਬੋਲ ਇਸ ਦੇ ਅੰਦਰ ਜਾਣਗੇ। ਸੋ ਪਹਿਲਾਂ ਸ਼ਰਧਾ ਗੁਰੂ ਦੀਆਂ ਬੋਲਾਂ ਤੇ ਆਉਣੀ ਚਾਹੀਦੀ ਹੈ। ਜਾ ਕੈ ਮਨ ਗੁਰ ਕੀ ਪ੍ਰਤੀਤ, ਸ਼ਰਧਾ ਪਹਿਲਾਂ ਗੁਰੂ ਦਿਆਂ ਵਚਨਾਂ ਤੇ ਹੋਏ। ਜੇ ਉਹਨਾਂ ਵਚਨਾਂ ਤੇ ਸ਼ਰਧਾ ਹੈ, ਫਿਰ ਅਗਲੀ ਗੱਲ ਚੱਲੇਗੀ। ਜਿਵੇਂ ਉਦਾਹਰਣ ਦੇ ਲਈ ਇੱਕ ਕਿਸਾਨ ਹੋਏ, ਉਹ ਕਿਸਾਨ ਆਪਣੇ ਬੱਚਿਆਂ ਨੂੰ ਕਹਿੰਦਾ ਹੈ, ਕਹਿੰਦੇ ਬੱਚਿਓ ਉਹ ਖੇਤ ਹੈ, ਉਸ ਖੇਤ ਦੇ ਵਿੱਚ ਮੈਂ ਸੋਨਾ ਦੱਬਿਆ ਹੋਇਆ ਹੈ। ਜਦੋਂ ਤੁਸੀਂ ਖੋਜਣਾ ਸ਼ੁਰੂ ਕਰੋਗੇ, ਉਹਦੀ ਖੁਦਾਈ ਕਰੋਗੇ, ਜਿਹੜੇ ਕੋਨੇ ਤੋਂ ਕਰੋਗੇ ਪਹਿਲੇ ਕੋਨੇ ਤੇ ਤੁਹਾਨੂੰ ਆ ਮਿਲੇਗਾ।
दस देवे किसी एक चीज़ की निशानी, अगे खोदोगे आ मिलेगा, तीजे थावें खोदोगे ये मिलेगा। हुण जदों पहला कूना खोदणगे उन्होंने जे वो चीज़ मिल गई कहेंगे गुरु ठीक कहता है, पिता ठीक कहता है, जरूर होएगा सोना। क्यों? पहली गल तो वो ठीक है। एवें मनुख संगत विच आके जे उसनूं ये दसिया जाता है बंदगी कर, और बंदगी करिया हौली हौली मनुख के अंदर सहजता आनी शुरू होंदी है, हौली हौली क्रोध घटना शुरू होंदा है। फिर मनुख नूं ये विश्वास तो हो जाएगा शुरुआती तौर पर ठीक है, गल ठीक कही जाती। एक होर संगत की गल याद रखना, जिमें जिमें मनुख संगत दे विच आउंदा है, बंदगी दे मार्ग ते याद दे मार्ग ते तुरदा है, उस दे जेड़े कीते हुए संकल्प ते विकल्प ने, संस्कार ने, वो घटदे ने। जिहड़ियां उस दे अंदर बुराइयां ने वो घटदियां ने, पता इस नूं नहीं लगता, हजे पता लगेगा भी नहीं। इसदा सीधा ही उदाहरण है, एक मनुख दे सिर ते 100 किलो वजन रखिया होए ते 2 किलो उतार दिता जाए कि उन्होंने पता लगेगा? नहीं पता लगेगा, 2 किलो नाल नहीं लगना। आ जिस दिन 20 किलो वजन थले ला दिता उस दिन कहेगा अज कुछ घट हो गया, अज वजन उन्ना नहीं है, अज मेरे सिर तो 20 किलो वजन घट होया है। इवें एक मनुख के सिर ते 100 क्विंटल पापां दे भार होण, जिस दिन 20 क्विंटल घटणगे उस दिन पता लगना कुछ घट गया, 2 क्विंटल विच कुछ नहीं लगना। इन्ना जागरूक मनुख नहीं है अज दे कीते हुए कर्मां दा हिसाब इनू पता लग सके। लगदा ते है, हौली हौली लगदा, हौली हौली शुरुआत हुंदी है, एकदम नहीं हुंदी। पहली गल महाराज कहते जा कै मन गुर की प्रतीत, एक बचन ते भी श्रद्धा आ गई, जिस दे अंदर एक बचन भी वस गया। और मैं फिर बेनती करा, गुरु दे जानकार बड़े हुंदे ने, धर्म ग्रंथां दे जानकार बड़े हुंदे ने, पर अनुभवी कोई कोई हुंदा। जानकार दुनिया है, उन्हां दियां कवितावां गुरु दे बचनां दे शब्दां दी व्याख्या करने वाली दुनिया है, बड़े ज्ञानी ने। पर याद रखना उन्हां बचनां नूं अनुभव जिन्हें कीता है कोई कोई हुंदा, जिन्हों असीं प्रैक्टिकल तौर कह सकते हैं। जिन्हां ने प्रैक्टिकल तौर पर उन्हां बचनां नूं अपनी जिंदगी विच अनुभव कर लिया, ऐसे कोई विरले ने। व्याख्यावां दुनिया कर लैंदी है, परमात्मा की व्याख्या दुनिया कर लैंदे ने। वो बड़ा वड्डा है, वो दयालु है, वो कृपालु है, जिंदगी चाहते ही नहीं पता लगे, ताई तो उत्ते शरधा नहीं है। जिस दिन ओदा एक गुण भी पता लग गया, वो दयालु है जां कृपालु, एक भी पता लग गया, फिर मनुख चाह के भी परमात्मा नूं नहीं छड्ड पाएगा। जे चाहेगा भी तां भी नहीं। पर रविदास जी कहते तोरी ना टूटै छोरी ना छूटै, ऐसी माधो किंचित नहीं। इन्ना खिंचाव परमात्मा तेरे नाल बन गया है, हुण तेनू छड्डना भी चाहुंदे छुटदा नहीं। जिस दिन एक चीज़ भी पता लग गई, जिवें इवें समझ लईए जिस चीज़ दे विच मनुख नूं आनंद आउंदा है वो चीज़ तो उन्होंने ढाया जाए वो ढा के भी नहीं हटता। जिवें एक अमली हुंदा है, नित और नशा करता है, जे उन्होंने नशे तो ढाया जाए हटा के भी नहीं हटता। क्यों? उसनूं उहदे विच आनंद आ रहा हुंदा। हुण जदों तई दूसरा आनंद उन्होंने नहीं आएगा वो नशा तो नहीं छड्डेगा। इवें दुनियावी तौर पर जिहड़े पदार्थ ने, मोह है, लोभ है, क्रोध है, इन्हां चीज़ां हंकार है, इहदे विच रस मनुख नूं आ रहा है। हुण जदों तई परमात्मा का रस नहीं मिलेगा उदों तई ते नहीं छुटने, उदों ते इन्हां बारे पता नहीं लगेगा। हुण जाके मन गुर की प्रतीत, प्रतीत का मतलब शरधा। उन्होंने फिर की हुंदा है, तिस जन आवे हर प्रभ चीत। हरि परमात्मा उन्होंने चेते आउंदा है
ਜਿਹਨੂੰ ਗੁਰੂ ਦੇ ਵਚਨਾਂ ਤੇ ਸ਼ਰਧਾ ਆ ਜਾਂਦੀ ਹੈ। ਵਚਨਾਂ ਨੂੰ ਪੜ੍ਹ ਲੈਣਾ ਹੋਰ ਗੱਲ ਹੈ, ਵਚਨਾਂ ਨੂੰ ਸੁਣ ਲੈਣਾ ਹੋਰ ਗੱਲ ਹੈ, ਵਚਨ ਕਮਾ ਲੈਣੇ ਇਹ ਹੋਰ ਗੱਲ ਹੈ। ਸੁਣ ਦੁਨੀਆ ਲੈਂਦੀ ਹੈ, ਪੜ੍ਹ ਦੁਨੀਆ ਲੈਂਦੀ ਹੈ, ਕਮਾਉਂਦਾ ਕੋਈ ਵਿਰਲਾ ਵਿਰਲਾ। ਜਿਹੜਾ ਕਮਾਉਂਦਾ ਹੈ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਵਿਸ਼ਵਾਸ ਆ ਜਾਂਦਾ ਹੈ, ਔਰ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਿਸ਼ਵਾਸ ਆ ਜਾਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਗਿਆਨ ਵੀ ਆ ਜਾਂਦਾ ਹੈ। ਔਰ ਮੈਂ ਕੱਲ ਵੀ ਇਹ ਬੇਨਤੀ ਕੀਤੀ, 3 ਮਨੁੱਖਾਂ ਦੀ ਗੱਲਾਂ ਬਿਨਾਂ ਵੇਖੇ ਮੰਨ ਲੈਣੀਆਂ ਚਾਹੀਦੀਆਂ ਨੇ। ਗੁਰੂ ਦੀ ਗੱਲ, ਵਿਦਵਾਨ ਕਹਿੰਦੇ ਨੇ ਮਾਤਾ ਪਿਤਾ ਦੀ ਗੱਲ, ਤੀਜੀ ਗੱਲ ਕਹਿੰਦੇ ਨੇ ਕੋਈ ਹੋਰ ਸਿਆਣਾ ਪੁਰਖ ਹੋਏ ਉਹਦੀ ਗੱਲ। ਇਹਨਾਂ 3 ਗੱਲਾਂ ਤੇ ਬਿਨਾਂ ਵਿਚਾਰ ਕੀਤੇ ਹੀ ਮੰਨ ਲੈਣਾ ਚਾਹੀਦਾ ਹੈ। ਵੈਸੇ ਮਨੁੱਖ ਦੁਨੀਆ ਦੀਆਂ ਸਾਰੀਆਂ ਗੱਲਾਂ ਤੇ ਕਈ ਚੀਜ਼ਾਂ ਤੇ ਵਿਚਾਰ ਨਹੀਂ ਕਰਦਾ, ਪਰ ਗੁਰੂ ਦੀ ਗੱਲ ਤੇ ਵਿਚਾਰ ਕਈ ਵਾਰੀ ਸੋਚ ਲੈਂਦਾ, ਹੋ ਜਾਏਗਾ ਐਵੇਂ ਕਿ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਬੰਧਨ ਕੱਟੇ ਜਾਣਗੇ, ਹੋ ਜਾਏਗਾ ਐਵੇਂ। ਬੜੀ ਵਾਰੀ ਸੋਚਦਾ, ਬੜੀ ਵਾਰੀ ਪੁੱਛਦਾ, ਬੜੀ ਵਾਰੀ ਇਹ ਜ਼ਿੰਦਗੀ 'ਚ ਪੁੱਛੇਗਾ ਕਿ ਸੰਗਤ ਵਿੱਚ ਰੋਜ਼ ਆਉਣ ਦੇ ਨਾਲ ਬੰਧਨ ਕੱਟੇ ਜਾਣਗੇ, ਇਹ ਪੁੱਛਦਾ ਹੈ। ਇਹਨਾਂ ਚੀਜ਼ਾਂ ਤੇ ਮਨੁੱਖ ਨੂੰ ਸੰਦੇਹ ਪੈਦਾ ਹੋ ਜਾਂਦਾ ਹੈ। ਦੁਨਿਆਵੀ ਤੌਰ ਤੇ ਕੋਈ ਮਨੁੱਖ ਮਹਾਂ ਠੱਗ ਹੋਏ ਉਹਦੇ ਤੇ ਵੀ ਸੰਦੇਹ ਪੈਦਾ ਨਹੀਂ ਹੁੰਦਾ। ਜਿੰਨਾ ਸ਼ੱਕ ਮਨੁੱਖ ਨੂੰ ਧਰਮ ਦੀ ਦੁਨੀਆ ਤੇ ਹੈ, ਇੰਨਾ ਸ਼ੱਕ ਬਾਹਰ ਦੀ ਦੁਨੀਆ ਤੇ ਨਹੀਂ ਹੁੰਦਾ। ਇਸ ਕਰਕੇ ਮਨੁੱਖ ਗੁਰੂ ਦੇ ਵਚਨਾਂ ਤੇ ਹਜੇ ਸ਼ਰਧਾ ਨਹੀਂ ਹੈ, ਤਾਂ ਹੀ ਕਰਕੇ ਤੇ ਜਪ ਵਾਲੇ ਬੰਨੇ ਤੁਰਿਆ ਹੀ ਨਹੀਂ। ਇਹਦੇ ਨਾ ਤੁਰਨ ਦਾ ਕਾਰਨ ਕੀ ਹੈ? ਹਜੇ ਸ਼ਰਧਾ ਨਹੀਂ ਹੈ। ਜੇ ਗੁਰਬਾਣੀ ਇਹ ਕਹਿੰਦੀ ਹੈ ਪ੍ਰਮਾਤਮਾ ਦੇ ਸਿਮਰਨ ਨਾਲ ਆਹ ਚੀਜ਼ਾਂ ਹੋ ਜਾਣਗੀਆਂ, ਇੱਥੋਂ ਤੇ ਇਹ ਵੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜੇ ਤੇਰੇ ਤਨ ਦੇ ਅੰਦਰ, ਜੇ ਮਨ ਦੇ ਅੰਦਰ ਕੋਈ ਕਲਾ ਤੇ ਕਲੇਸ਼ ਹੈ, ਕੋਈ ਦੁੱਖ ਹੈ, ਕੋਈ ਸੰਤਾਪ ਹੈ, ਕੱਟਿਆ ਜਾਏਗਾ, ਬਿਲਕੁਲ ਕੱਟਿਆ ਜਾਏਗਾ। ਪਰ ਹੁਣ ਗੱਲ ਪਹਿਲੀ ਇਹ ਹੈ, ਮਨੁੱਖ ਦੇ ਅੰਦਰ ਵਿਸ਼ਵਾਸ ਨਹੀਂ ਹੈ ਇਸ ਵਚਨ ਤੇ। ਜਦੋਂ ਤਾਈਂ ਇਸ ਵਚਨ ਤੇ ਵਿਸ਼ਵਾਸ ਨਹੀਂ ਆਏਗਾ ਉਦੋਂ ਤਾਈਂ ਨਹੀਂ ਕੱਟਿਆ ਜਾਣਾ। ਹੁਣ ਪਹਿਲਾਂ ਵਿਸ਼ਵਾਸ ਆਉਣਾ ਜ਼ਰੂਰੀ ਹੈ। ਹੁਣ ਮੈਂ ਕੱਲ ਵੀ ਬੇਨਤੀ ਕੀਤੀ, ਦੁਨੀਆ ਦਾ ਕੋਈ ਵੀ ਵਿਸ਼ਵਾਸ ਹੈ ਅੰਧ ਵਿਸ਼ਵਾਸ ਤੋਂ ਹੀ ਤੁਰਦਾ ਹੈ। ਅੰਧ ਵਿਸ਼ਵਾਸ ਹੀ ਇੱਕ ਦਿਨ ਵਿਸ਼ਵਾਸ ਬਣ ਜਾਂਦਾ ਹੈ। ਵਿਸ਼ਵਾਸ ਅੰਧਾ ਹੀ ਹੁੰਦਾ ਹੈ। ਵਿਸ਼ਵਾਸ ਦੀ ਸ਼ੁਰੂਆਤ ਅੰਧਤਾ ਤੋਂ ਹੀ ਹੁੰਦੀ ਹੈ। ਜਿਵੇਂ ਇੱਕ ਬੱਚਾ ਛੋਟਾ ਹੁੰਦਾ ਹੈ, ਆਪਣੇ ਮਾਂ-ਬਾਪ ਦੀ ਗੱਲ ਮੰਨੀ ਜਾਂਦਾ ਹੈ, ਬੱਚੇ ਨੂੰ ਨਹੀਂ ਪਤਾ ਇਹ ਗੱਲ ਠੀਕ ਹੈ ਕਿ ਇਹ ਗੱਲ ਗਲਤ ਹੈ, ਉਹਦੀ ਤੇ ਵਿਚਾਰ ਹੀ ਨਹੀਂ ਹੁੰਦੀ ਨਹੀਂ। ਪਰ ਆਪਣੇ ਮਾਂ-ਬਾਪ ਦੀ ਉਂਗਲ ਪਕੜੀ ਹੋਈ ਹੈ, ਜੋ ਜੋ ਮਾਂ-ਬਾਪ ਕਰੀ ਜਾਂਦੇ ਨੇ ਉਹ ਮੰਨੀ ਜਾਂਦਾ ਹੈ, ਜੋ ਜੋ ਕਹੀ ਜਾਂਦੇ ਨੇ ਉਹ ਮੰਨੀ ਜਾਂਦਾ ਹੈ। ਉਹ ਸੱਚ ਕਹਿ ਰਹੇ ਨੇ, ਉਹ ਝੂਠ ਕਹਿ ਰਹੇ ਨੇ, ਉਹ ਇਹਨੂੰ ਨਹੀਂ ਪਤਾ, ਮੰਨ ਲਿਆ। ਹੁਣ ਜਦੋਂ ਇਹਨੇ ਮੰਨਿਆ ਉਦੋਂ ਇਹਨੂੰ ਪਤਾ ਨਹੀਂ ਹੈ ਇਹ ਸੱਚ ਹੈ ਕਿ ਝੂਠ ਹੈ, ਪਤਾ ਇਹਨੂੰ ਜਾ ਕੇ 10 ਸਾਲਾਂ ਬਾਅਦ ਲੱਗਣਾ ਹੈ। ਐਵੇਂ ਗੁਰੂ ਦੇ ਜਿਹੜੇ ਵਚਨ ਨੇ ਅੱਜ ਮੰਨ ਲਏਗਾ, ਅੱਜ ਸਿਰਫ ਮੰਨਣੇ ਨੇ, ਇਹਨਾਂ ਦੀ ਕੀਮਤ ਦਾ ਪਤਾ ਜਾ ਕੇ 10 ਸਾਲਾਂ ਬਾਅਦ, 2 ਸਾਲਾਂ ਬਾਅਦ। ਅੱਜ ਮੰਨਣੇ ਨੇ ਸਿਰਫ, ਜੋ ਕਹਿ ਦਿੰਦੇ ਨੇ ਸੰਗਤ ਵਿੱਚ ਆਉਣਾ ਹੈ, ਸਿਰਫ ਆਉਣਾ ਹੈ, ਬਸ ਇੰਨੀ ਗੱਲ ਹੈ। ਕਹਿ ਦਿੰਦੇ ਨੇ ਬੰਦਗੀ ਕਰਨੀ ਹੈ, ਸਿਰਫ ਕਰਨੀ ਹੈ, ਬਸ ਗੱਲ ਇੰਨੀ ਹੈ, ਦੂਜਾ ਆਰਗੂਮੈਂਟ ਹੀ ਨਹੀਂ। ਕਰਨੀ ਹੈ, ਕਰਨੀ ਹੈ, ਬਸ ਉਹਨਾਂ ਕਹਿ ਦਿੱਤਾ, ਇੱਕ ਨੇ ਮੰਨ ਲਿਆ, ਬਸ ਅਗਲੀ ਗੱਲ ਹੀ ਨਹੀਂ। ਕਿਉਂ ਕਰਨੀ ਹੈ, ਕਾਹਦੇ ਲਈ ਕਰਨੀ ਹੈ? ਗੁਰੂ ਨੇ ਕਹਿ ਦਿੱਤਾ ਹੈ, ਸਿਮਰਨ ਦੇ ਨਾਲ ਰਿੱਧੀਆਂ ਸਿੱਧੀਆਂ, ਗਿਆਨ ਧਿਆਨ ਸਭ ਕੁਝ ਮਿਲ ਜਾਂਦਾ ਹੈ, ਤੇ ਮਿਲ ਜਾਂਦਾ ਹੈ, ਬਸ ਇੰਨਾ ਵਿਸ਼ਵਾਸ। ਜਿਵੇਂ ਇੱਕ ਬੱਚਾ ਆਪਣੇ ਪਿਤਾ ਦੀ ਗੱਲ ਤੇ ਬਿਨਾਂ ਤਰਕ ਕਰੇ ਵਿਸ਼ਵਾਸ ਕਰ ਲੈਂਦਾ, ਕੋਈ ਤਰਕ ਨਹੀਂ ਕਰਦਾ, ਹੋਏਗਾ ਕਿ ਨਹੀਂ ਹੋਏਗਾ। ਐਵੇਂ ਹੀ ਸਤ ਸੰਗਤ ਵਿੱਚ ਆਉਣ ਵਾਲੇ ਨੂੰ ਸਤਿਗੁਰੂ ਦੇ ਕਹੇ ਹੋਏ ਬਚਨ ਤੇ ਇਵੇਂ ਵਿਸ਼ਵਾਸ ਕਰ ਲੈਣਾ ਚਾਹੀਦਾ, ਹੋਏਗਾ, ਬਸ ਇੰਨੀ ਗੱਲ, ਹੋਏਗਾ। ਜੋ ਉਹ ਕਹਿ ਰਹੇ ਨੇ ਉਹ ਹੋਏਗਾ, ਹਮੇਸ਼ਾ ਹੋਏਗਾ, ਜ਼ਰੂਰ ਹੋਏਗਾ, ਇਹ ਵਿਸ਼ਵਾਸ ਹੈ।
पर वो हो गया है, ਇਹਦਾ पता जाके ਜਦੋਂ चीज़ कर ਲਵੇਗਾ 2 ਸਾਲਾਂ ਬਾਅਦ लगेगा। ਜਿਵੇਂ ਇੱਕ ਬੱਚੇ ਨੂੰ ਅਸੀਂ ਪ੍ਰੇਰਿਤ ਕਰਦੇ ਹਾਂ, ਤੂੰ ਪੜ੍ਹਾਈ ਕਰ, ਕਹੇਗਾ ਪੜ੍ਹਾਈ ਕਿਤੇ ਕੀ ਹੁੰਦਾ? ਪੜ੍ਹਾਈ ਕਰੇਗਾ ਤੂੰ ਵੱਡਾ ਮਰਤਬਾ ਦੁਨੀਆ ਵਿੱਚ ਪ੍ਰਾਪਤ ਕਰ ਲੇਗਾ। ਹਜੇ ਉਹਨੇ ਪ੍ਰਾਪਤ ਕੀਤਾ ਨਹੀਂ ਹੈ, ਸਿਰਫ ਕਿਸੇ ਦੀ ਗੱਲ ਕਰਕੇ ਪਹਿਲੀ ਕੀਤੀ, ਦੂਜੀ ਕੀਤੀ, 12ਵੀਂ ਕੀਤੀ, BA MA, ਕਿੰਨਾ ਕੁਝ ਕਰ ਗਿਆ ਸਿਰਫ ਮਾਂ-ਬਾਪ ਦੇ ਵਿਸ਼ਵਾਸ ਤੇ। ਹੁਣ ਉਸ ਨੂੰ ਇਹ ਪਤਾ ਬਾਅਦ ਵਿੱਚ ਲੱਗਣਾ ਹੈ ਇਹਦੀ ਵੈਲਿਊ ਕੀ ਹੈ। ਐਵੇਂ ਅੱਜ ਸੰਗਤ ਕਰ ਰਹੇ ਹਾਂ, ਜੋ ਬਚਨ ਅੱਜ ਸੁਣ ਰਹੇ ਹਾਂ ਇਹਨਾਂ ਨੂੰ ਮੰਨ ਲਿਆ ਜਾਏ, ਬਸ ਅੰਦਰ ਮਹਾਰਾਜ ਕਹਿੰਦੇ ਨੇ ਇਹਦਾ ਪਤਾ ਜਾ ਕੇ ਤੇ ਅੱਗੇ ਲੱਗਣਾ ਹੈ ਇਹਨਾਂ ਬਚਨਾਂ ਦੀ ਕੀਮਤ ਕੀ ਸੀ। ਜਿਵੇਂ ਇੱਕ ਡਾਕਟਰ ਦੇ ਕੋਲ ਰੋਗੀ ਜਾਂਦਾ ਹੈ, ਔਰ ਮੈਂ ਪਹਿਲਾਂ ਵੀ ਬੇਨਤੀ ਕੀਤੀ, ਪਹਿਲਾਂ ਤਾਂ ਮੰਨਣਾ ਪਏਗਾ ਮੈਂ ਰੋਗੀ ਹਾਂ ਤਾਂ ਹੀ ਤਾਂ ਇਲਾਜ ਸੰਭਵ ਹੈ। ਹੁਣ ਜਦੋਂ ਰੋਗੀ ਜਾਂਦਾ ਹੈ ਡਾਕਟਰ ਉਹਨੂੰ ਦਵਾਈ ਦਿੰਦਾ ਹੈ, ਰੋਗੀ ਇਹ ਨਹੀਂ ਪੁੱਛਦਾ ਇਹ ਦਵਾਈ ਨਾਲ ਆਰਾਮ ਆਏਗਾ ਕਿ ਨਹੀਂ ਆਏਗਾ, ਇਹ ਨਹੀਂ ਪੁੱਛਦਾ। ਦਵਾਈ ਲੈਂਦਾ ਹੈ, ਜੇ ਜਿਵੇਂ ਜਿਵੇਂ ਦੱਸਦਾ ਖਾ ਲੈਂਦਾ, ਰੋਗੀ ਆਪਣੇ ਆਪ ਹੀ ਠੀਕ ਹੋ ਜਾਂਦਾ। ਜੇ ਰੋਗੀ ਉੱਥੇ ਦਵਾਈ ਫੜ ਕੇ ਬੈਠਾ ਰਹੇ ਆਰਾਮ ਆਏਗਾ ਕਿ ਨਹੀਂ ਆਏਗਾ, ਬਾਰ-ਬਾਰ ਡਾਕਟਰ ਨੂੰ ਪੁੱਛੀ ਜਾਏ ਆਰਾਮ ਆਏਗਾ ਕਿ ਨਹੀਂ ਆਏਗਾ, ਉਹ ਅੱਗੋਂ ਇੱਕ ਹੀ ਗੱਲ ਕਹੇਗਾ ਤੂੰ ਖਾ ਆਰਾਮ ਆ ਜਾਏਗਾ, ਤੂੰ ਖਾ ਆਰਾਮ ਆ ਜਾਏਗਾ। ਬਾਣੀ ਕਹਿੰਦੀ ਹੈ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਪਹਿਲਾਂ ਖਾਣਾ ਪਏਗਾ, ਖਾਧਾ ਹੋਇਆ ਪਚ ਜਾਏਗਾ, ਪਚੇ ਹੋਏ ਤੇ ਫਿਰ ਉਹਦਾ ਉਧਾਰ ਹੁੰਦਾ। ਜਿਵੇਂ ਭੋਜਨ ਪਹਿਲਾਂ ਖਾ ਲਈਏ ਤੇ ਮਨੁੱਖ ਕੇ ਜੋ ਕੁਛ ਮੈਂ ਖਾ ਰਿਹਾ ਇਹ ਮੈਨੂੰ ਫਾਇਦਾ ਦੇਵੇਗਾ, ਕਹਿੰਦੇ ਨੇ ਖਾ ਤੇ ਲੈ, ਫਾਇਦੇ ਦਾ ਆਪਣੇ ਆਪ ਹੀ ਪਤਾ ਲੱਗ ਜਾਏਗਾ, ਸਰੀਰ ਹੀ ਦੱਸ ਦੇਵੇਗਾ। ਪਹਿਲਾਂ ਮਨੁੱਖ ਖਾ ਲਵੇ। ਹੁਣ ਜਿਹੜੀ ਚੀਜ਼ ਖਾਧੀ ਹੈ ਉਹ ਜਾ ਕੇ ਪਚ ਜਾਏਗੀ ਤੇ ਪਚਿਆ ਹੋਇਆ ਭੋਜਨ ਫਿਰ ਸ਼ਕਤੀ ਦਿੰਦਾ ਹੈ ਸਰੀਰ ਨੂੰ। ਇਸ ਕਰਕੇ ਖਾਣਾ ਬਹੁਤ ਜ਼ਰੂਰੀ ਹੈ। ਐਵੇਂ ਮਾਨਸਿਕ ਤੌਰ ਤੇ ਜਿਹੜੇ ਗੁਰੂ ਦੇ ਬਚਨ ਨੇ, ਗੁਰੂ ਦਿਆਂ ਵਚਨਾਂ ਤੇ ਸ਼ਰਧਾ ਆਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੋਂ ਹੀ ਸਾਰਾ ਕੰਮ ਚੱਲਣਾ ਹੈ। ਫਿਰ ਇੱਥੋਂ ਹੀ ਪਰਮੇਸ਼ਰ ਦੇ ਦੁਆਰੇ ਖੁੱਲ੍ਹਣੇ ਨੇ, ਇੱਥੋਂ ਹੀ ਸ਼ੁਰੂਆਤ ਹੋਣੀ ਹੈ। ਜੇ ਸ਼ੁਰੂਆਤ ਹੀ ਠੀਕ ਨਹੀਂ ਹੈ ਅੰਤ ਠੀਕ ਨਹੀਂ ਹੋਣਾ। ਜੇ ਸ਼ੁਰੂਆਤ ਹੀ ਨਹੀਂ ਮੰਨੀ ਅੰਤ ਕਿਵੇਂ ਠੀਕ ਹੋਏਗਾ। ਔਰ ਮੈਂ ਆਪ ਜੀ ਦੇ ਸਾਹਮਣੇ ਇੱਥੋਂ ਤੇ ਹੀ ਬੇਨਤੀ ਕਰਦਾ, ਗੁਰੂ ਨੂੰ ਮੰਨਣ ਵਾਲੇ, ਉਹਦੇ ਵਚਨਾਂ ਤੇ ਸ਼ਰਧਾ ਰੱਖਣ ਵਾਲੇ ਕੈਸੇ ਹੁੰਦੇ ਨੇ। ਕਹਿੰਦੇ ਮਨਸੂਰ ਦੁਨੀਆ ਦਾ ਬੜਾ ਵੱਡਾ ਫਕੀਰ ਹੋਇਆ, ਉਹਦਾ ਗੁਰੂ ਸੀ, ਉਹਦਾ ਗੁਰੂ ਕਹਿੰਦਾ ਮਨਸੂਰ ਤੂੰ ਐਵੇਂ ਕਰ, ਤੂੰ ਜਾ ਕੇ ਮੱਕੇ ਚਲਾ ਜਾ, ਉੱਥੇ ਜਾ ਕੇ ਯਾਤਰਾ ਕਰ ਰਿਹਾ ਮੱਕੇ, ਕਿਉਂਕਿ ਬੜਾ ਵਿਰੋਧ ਮਨਸੂਰ ਦਾ ਹੋਣ ਲੱਗ ਗਿਆ ਸੀ। ਮਨਸੂਰ ਉੱਠਿਆ, ਉੱਠ ਕੇ ਆਪਣੇ ਗੁਰੂ ਦੀਆਂ 3 ਪ੍ਰਕਰਮਾਂ ਕੀਤੀਆਂ ਤੇ ਬੈਠ ਗਿਆ। ਕਹਿੰਦੇ ਕੀ ਗੱਲ ਹੋਈ ਹੈ? ਕਹਿੰਦੇ ਮੈਂ ਮੱਕੇ ਦੇ ਦਰਸ਼ਨ ਕਰ ਲਏ, ਤੇਰੇ ਤੋਂ ਵੱਡਾ ਮੇਰੇ ਵਾਸਤੇ ਮੱਕਾ ਨਹੀਂ ਹੈ, ਤੇਰੇ ਵਚਨ ਹੀ ਮੇਰੇ ਲਈ ਮੱਕਾ ਨਹੀਂ, ਤੇਰੇ ਵਚਨ ਹੀ ਮੇਰੇ ਲਈ ਹਰਮੰਦਰ ਨੇ, ਤੇਰੇ ਵਚਨ। ਇੱਥੋਂ ਕਹਿੰਦੇ ਨੇ ਉਹਦੇ ਅੰਦਰ ਸ਼ਰਧਾ ਕਿੰਨੀ ਹੈ। ਉਸ ਦੇ ਅੰਦਰ ਸ਼ਰਧਾ ਸੀ ਤਾਂ ਹੀ ਮਨਸੂਰ ਨੂੰ ਅੱਜ ਤਾਈਂ ਯਾਦ ਕੀਤਾ ਜਾਂਦਾ ਹੈ, ਭਾਵੇਂ 2000 ਸਾਲ ਹੋ ਗਏ ਨੇ, ਅੱਜ ਤਾਈਂ ਤਾਂ ਯਾਦ ਕੀਤਾ। ਪਹਿਲੀ ਗੱਲ ਤੇ ਮੰਨਣ ਵਾਲੀ ਹੈ। ਬਾਣੀ ਕਹਿੰਦੀ ਜੇ ਕੋ ਮਨ ਜਾਣੈ ਮਨ ਕੋਇ। ਪਹਿਲੀ ਗੱਲ ਤੇ ਵਿਸ਼ਵਾਸ ਦੀ ਹੈ, ਤੁਰਨਾ ਇੱਥੋਂ ਹੀ ਪੈਂਦਾ ਹੈ। ਪਹਿਲੀ ਗੱਲ ਆਪਾਂ ਕਈ ਵਾਰ ਕਹਿੰਦੇ ਹਾਂ ਗੁਰੂ ਤੇ ਵਿਸ਼ਵਾਸ ਤੇ ਮੈਂ ਬੜਾ ਕਰਦਾ, ਕਦੇ ਗੁਰੂ ਦੀਆਂ ਅੱਖਾਂ ਤੇ ਵਿਸ਼ਵਾਸ ਕਰਦਾ ਹੈ, ਇਹ ਗੁਰੂ ਦੀਆਂ ਕੰਨਾਂ ਤੇ ਵਿਸ਼ਵਾਸ ਕਰਦਾ ਹੈ। ਵਿਸ਼ਵਾਸ ਕੀ ਹੈ? ਕਹਿੰਦੇ ਮੈਨੂੰ ਗੁਰੂ ਤੇ ਵਿਸ਼ਵਾਸ ਹੈ। ਕਾਹਦਾ ਵਿਸ਼ਵਾਸ? ਕਿਹੜੀ ਚੀਜ਼ ਤੇ ਵਿਸ਼ਵਾਸ ਹੈ ਤੇ ਪਤਾ ਲੱਗੇ। ਮੈਨੂੰ ਗੁਰੂ ਦੀ ਸ਼ਕਤੀ ਤੇ ਵਿਸ਼ਵਾਸ ਹੈ, ਸ਼ਕਤੀ ਵੇਖ ਲਈ ਇਹਦਾ ਮਤਲਬ ਕਿਹੜੀ ਚੀਜ਼ ਤੇ ਵਿਸ਼ਵਾਸ ਹੈ। ਜਦੋਂ ਤੁਸੀਂ ਉਸ ਦੇ ਬਚਨ ਪੜ੍ਹੇ ਹੀ ਨਹੀਂ, ਬਚਨਾਂ ਬਾਰੇ ਸੁਣਿਆ ਹੀ ਨਹੀਂ, ਸੰਗਤ ਵਿੱਚ ਬੈਠੇ ਹੀ ਨਹੀਂ, ਵਿਸ਼ਵਾਸ ਕਿੱਥੋਂ ਆ ਗਿਆ? ਝੂਠ ਬੋਲਦਾ, ਕੋਈ ਵਿਸ਼ਵਾਸ ਨਹੀਂ। ਜਦੋਂ ਜਿਹਦੇ ਵਿਸ਼ਵਾਸ ਕਿਹੜੀ ਚੀਜ਼ ਤੇ ਹੁੰਦਾ ਹੈ? ਵਚਨਾਂ ਤੇ ਹੁੰਦਾ ਹੈ। ਅਸੀਂ ਕਹਿੰਦੇ ਮੈਨੂੰ ਗੁਰੂ ਤੇ ਵਿਸ਼ਵਾਸ ਹੈ, ਭਾਵ ਉਹਦੇ ਬਚਨਾਂ ਤੇ ਵਿਸ਼ਵਾਸ ਹੈ। ਜੋ ਉਹ ਕਹਿੰਦਾ ਹੈ ਉਹ ਠੀਕ ਹੀ ਹੁੰਦਾ ਹੈ, ਜੋ ਕਹਿ ਰਿਹਾ ਉਹ ਠੀਕ ਹੁੰਦਾ ਹੈ। ਮੈਨੂੰ ਬਚਨਾਂ ਤੇ ਵਿਸ਼ਵਾਸ ਕਿਉਂ? ਉਹਦੇ ਵਚਨ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖੇ ਨੇ, ਮੇਰੀ ਜ਼ਿੰਦਗੀ 'ਚ ਬਦਲਾਅ ਆ ਗਿਆ ਹੈ, ਤਾਂ ਕਹਿ ਸਕਦਾ ਹੈ ਮਨੁੱਖ ਮੈਨੂੰ ਵਿਸ਼ਵਾਸ ਹੈ। ਨਹੀਂ ਮਾਫ਼ ਕਰਨਾ ਸੰਗਤ, ਵਿਸ਼ਵਾਸ ਅੱਜ ਤੇ ਬਣਦਾ ਹੈ, ਕੱਲ ਟੁੱਟ ਜਾਂਦਾ ਹੈ।
ये रोज़ ही बनता विश्वास। अज परमात्मा ते विश्वास बनेगा, कल नूं टुट जाएगा। परमात्मा कोई वस्तु दे देवे, विश्वास बन जाता है, वस्तु खोह लवे टुट जाता है। ये विश्वास सदा ही चलता रहता है। खोह लवे बनया रहता है, जे दे देवे विश्वास बन जाता है। ऐसा नहीं, जिस दे अंदर विश्वास आ जाता है, सब कुछ ही चला जाए, शरीर भी चला जाए, फिर भी यही कह देंगे ने, तेरा किया मीठा लग, तेरा किया मीठा लग। विश्वास। गुरु अर्जन साहब जी महाराज तत्ती तवी ते बैठे ने। हुण जे मनुख कोल तत्ती तवी ते आप बैठे ने, उत्थे बह के भी एक ही गल कहते, तेरा किया मीठा लग। यही विश्वास है। जो तू कर रहे हैं वो ठीक कर रहे हैं, ये परमात्मा का विश्वास है। मनुख नूं परमात्मा ते विश्वास आ गया, उसका मतलब एक ही है, जो परमात्मा करेगा और ठीक करेगा। क्यों? तू सर्व कला का ज्ञाता। हे परमात्मा, मैं तो छोटी जी बुद्धि का मालक हाँ, तेनू तो सब कुछ पता है। और मैं बड़ी बारी ये बेनती करदा साध संगत, जो जिंदगी दे विच अज जैसी जिंदगी है, 5 साल बाद जो असीं अगे जावांगे, जिन्हां चीज़ां नूं अज सोचने ये हो जाण, अगर वो ना होईयां, 5 साल बाद असीं कहांगे ठीक होया, वो चीज़ां नहीं होईयां, नहीं तो मेरी जिंदगी होर खराब हो जानी। ठीक होया, मैनू तो नहीं पता सी ये चीज़ होनी चाहिए, ठीक किया रब ने, जो किया उन्हें ठीक ही किया। हुण इस करके विश्वास उत्थे हुंदी है, जिथे विश्वास आ जाता है उत्थे अपने आप को कुर्बान कर दिता जाता है। हुण मेरा मुझ में किछ नहीं, जो किछ है सो तेरा। उत्थे हुंदी है कुर्बानी। मेरा मेरे विच कुछ नहीं रहा। क्यों? जो कुछ मैनू राह विखाया है उत्ते तू ही विखाया है। संगत मनुख नूं जगाउंदी है किहदे विचों? अज्ञानता की नींद विचों। मनुख नूं जगाउंदी है कल्पना की नींद विचों, जिहड़ी कल्पनावां की नींद विच मनुख जाग सुता पिया है। और विश्वास की गल जो बाबा फरीद साहब ते करते हैं, जो परमात्मा ते विश्वास ते तुरते हैं, बाबे फरीद साहब की पहली माँ है, उहदी माँ गुरु है, उसकी माँ। और माँ ते विश्वास देखो, कहानियां आउंदियां ने, साखियां आउंदियां ने, इन्हां तो शिक्षा बड़ी तकड़ी मिलती है। माँ उस नूं लगाउंदी है, तू बंदगी करया कर, रब तैनूं गुड़ देवेगा। और रोज़ दी रोज़ बहिंदे ने, थल्ले माँ पहले ही गुड़ रख लैंदी है, खा लैंदे ने। विश्वास आ गया माँ दे बचनां ते, गल ते ठीक है। ਇਹਦਾ मतलब रब है, रब गुड़ देंदा है। एवें विश्वास मनुख नूं गुरु दियां वचनां ते आ जांदा है। जदों मनुख तुरदा है, थोड़ा थोड़ा इनू पता लगना शुरू हो जाता है, ये कह दिंदा है ठीक है, जो जो गुरु कह रहे हो ठीक है। पर पता उदों लगेगा जदों तुरेगा। अजे तो सुनिया ही नहीं है, तुरेगा कितों? कितों भी नहीं। फिर इस दे नाल जिंदगी ऐसी चली जानी है, कदे गुरु नाल शंकावां कर ले करेगा, कभी उलामे दे जाए करेगा, कभी विश्वास मान ले करेगा, कभी रब नूं उलामे दे दे करेगा, कभी विश्वास मान लेगा। किहदे लई? अपने लिए नहीं, कोई चीज़ घरदियां लई नहीं मिली, उहदे लई उलामा दे जाएगा। हुण दोबारा दोबारा उहदी माँ कहती है, माँ ने कहा उन्हें मान लिया, बस गल खत्म हो गई। माँ ने कहा रब गुड़ देंदा है, बंदगी करिए, ठीक है दिंदा है, शुरू हो गए। हुण माँ ने लगाया, एक दिन ऐसा होया रब ने आप ही गुड़ दिता। ये साखी विच आउंदा है। शुरुआत विश्वास तो हुंदी है, और विश्वास मन के हुंदा है। पहला अंध विश्वास हुंदा है, अंध विश्वास एक दिन विश्वास हो जाता है। अंध विश्वास एक दिन विश्वास विच बदल जाता है। ये अंध विश्वास है। गुरु कह रहे हैं दुनिया के उत्ते आ चीज़ कर, अजे तई मैनू नहीं पता, गुरु नूं अनुभव है, मैनू तो नहीं है। जिमें एक मनुख कोठे के उत्ते खड़ा है, वो कही जाए उत्ते आ जाओ, कोठे दे उत्ते छत के उत्ते आ जाओ, इत्थे बड़े सारे हीरे मोती पे ने, छत के उत्ते आ जाओ। हुण जिहड़ा थल्ले खड़ा कहे नहीं मैं तो वेखे नहीं, मैं आवां किवें? वो कहते छत के उत्ते आएगा तो विश्वास बनेगा। हुण जिहड़ा उत्ते खड़ा है, छत के उत्ते खड़ा है, जिहड़ा थल्ले खड़ा उन्होंने एक बारी गल मननी पएगी, चलना तो पएगा ना सीढ़ियां ते।
ਜਿਵੇਂ ਸੀੜੀਆਂ ਤੇ ਤੁਰੇਗਾ, ਛੱਤ ਦੇ ਉੱਤੇ ਪਹੁੰਚ ਜਾਏਗਾ, ਕਹਿ ਦੇਵੇਗਾ ਵਾਕਿਆ ਜੀ ਇਹ ਠੀਕ ਕਹਿੰਦਾ ਸੀ। ਬਾਣੀ ਕਹਿੰਦੀ ਗੁਰੂ ਤੈਨੂੰ ਕਹਿੰਦਾ ਰੱਬ ਦਾ ਨਾਮ ਅਨਮੋਲ ਹੈ, ਤੈਨੂੰ ਅੱਜ ਤੁਰਨਾ ਪਏਗਾ। ਜਿਨ ਤੁਰ ਕੇ ਉਹਦੇ ਕੋਲ ਪਹੁੰਚ ਜਾਏਗਾ, ਤੂੰ ਕਹਿ ਦੇਵੇਗਾ ਕਮਾਲ ਹੈ, ਪਰਮਾਤਮਾ ਤੂੰ ਬੜਾ ਵੱਡਾ ਹੈ। ਬਾਣੀ ਕਹਿੰਦੀ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਅਸਲ ਦੇ ਵਿੱਚ ਸਾਈਂ ਦਾ ਨਾਮ ਤੇ ਅਨਮੋਲ ਹੈ। ਜਦੋਂ ਤੁਸੀਂ ਸਾਈਂ ਦੇ ਨਾਮ ਤੇ ਤੁਰਿਏ ਨਹੀਂ, ਉਹਦਾ ਅਨਮੋਲ ਦਾ ਪਤਾ ਕਿਵੇਂ ਲੱਗੇਗਾ? ਪਤਾ ਲੱਗਣਾ ਹੀ ਨਹੀਂ। ਗੱਲ ਤੇ ਤੁਰਨ ਦੀ ਹੈ। ਜਦੋਂ ਮਨੁੱਖ ਤੁਰੇਗਾ ਔਰ ਵਿਸ਼ਵਾਸ ਕਰਕੇ ਤੁਰੇਗਾ। ਔਰ ਮੈਂ ਬੜੀ ਵਾਰੀ ਇਹ ਬੇਨਤੀ ਕਰਨਾ ਸਾਧ ਸੰਗਤ, ਦੁਨਿਆਵੀ ਤੌਰ ਤੇ ਵਿਸ਼ਵਾਸ ਬੜੀ ਛੇਤੀ ਬਣ ਜਾਂਦਾ ਹੈ, ਅਧਿਆਤਮਿਕ ਤੌਰ ਤੇ ਵਿਸ਼ਵਾਸ ਬੜੀ ਲੇਟ ਬਣਦਾ, ਜਾ ਕੇ ਬਹੁਤ ਲੇਟ, ਕਿਉਂਕਿ ਇਹ ਪ੍ਰਕਿਰਿਆ ਹੌਲੀ ਹੌਲੀ ਹੁੰਦਾ ਹੈ। ਔਰ ਦੁਨਿਆਵੀ ਤੌਰ ਤੇ ਮਨੁੱਖ ਕਿਸੇ ਤੇ ਵੀ ਵਿਸ਼ਵਾਸ ਕਰ ਲੈਂਦਾ ਹੈ, ਅਧਿਆਤਮਿਕ ਤੌਰ ਤੇ ਗੁਰੂ ਦੇ ਬਚਨ ਏਡੇ ਮਹਾਨ ਨੇ, ਉਹਨਾਂ ਤੇ ਵਿਸ਼ਵਾਸ ਨਹੀਂ ਆਉਂਦਾ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਏਡੀ ਮਹਾਨ ਬਾਣੀ ਹੈ, ਬੜੀ ਲੇਟ ਵਿਸ਼ਵਾਸ ਆਉਂਦਾ ਹੀ ਨਹੀਂ। ਅੰਮ੍ਰਿਤਸਰ ਜਾਣਾ ਹੋਏ, ਰਾਸਤੇ ਦੇ ਵਿੱਚ ਰਾਸਤਾ ਭਟਕ ਜਾਈਏ, ਕੋਈ ਵੀ ਆ ਕੇ ਰਾਸਤਾ ਦੱਸੇ ਇੱਧਰ ਚਲਾ ਜਾ, ਇੱਧਰ ਅੰਮ੍ਰਿਤਸਰ ਹੈ, ਨਾ ਇਹ ਵੇਖਾਂਗੇ ਉਹਦੀ ਜਾਤ ਕੀ ਹੈ, ਨਾ ਵੇਖਾਂਗੇ ਉਹਦਾ ਧਰਮ ਕੀ ਹੈ, ਤੇ ਨਾ ਹੀ ਇਹ ਵੇਖਾਂਗੇ ਉਹਨੂੰ ਪਤਾ ਵੀ ਹੈ ਕਿ ਨਹੀਂ ਹੈ, ਇਹ ਵੀ ਨਹੀਂ ਪਤਾ। ਕਿਸੇ ਪਿੰਡ ਦੇ ਵਿੱਚ ਜਾਈਏ, ਕਿਸੇ ਦਾ ਘਰ ਪਤਾ ਕਰਨਾ ਹੋਏ ਨਾ, ਅਗਲਾ ਕਹਿ ਦੇਵੇ ਉਹ ਫਲਾਣਾ ਘਰ ਹੈ, ਭਾਵੇਂ ਉਹਨੂੰ ਪਤਾ ਵੀ ਹੈ ਕਿ ਨਹੀਂ ਪਤਾ, ਪਰ ਅਸੀਂ ਵਿਸ਼ਵਾਸ ਕਰ ਲੈਣਾ ਹੈ। ਸਾਨੂੰ ਕਿਹੜਾ ਪਤਾ ਉਹ ਸਹੀ ਵੀ ਦੱਸ ਰਿਹਾ, ਸਾਨੂੰ ਪਤਾ ਵੀ ਨਹੀਂ ਉਹ ਦੱਸ ਰਿਹਾ ਠੀਕ ਹੈ ਕਿ ਗਲਤ ਹੈ, ਫਿਰ ਵੀ ਵਿਸ਼ਵਾਸ ਕਰ ਲੈਂਦੇ ਹਾਂ। ਭਾਵ ਵਿਸ਼ਵਾਸ ਸ਼ੁਰੂ ਹੋਇਆ ਅੰਧਤਾ ਤੋਂ। ਸਾਨੂੰ ਉਸ ਮਨੁੱਖ ਬਾਰੇ ਨਹੀਂ ਪਤਾ, ਪਤਾ ਕਦੋਂ ਲੱਗੇਗਾ ਉਹ ਸੱਚਾ ਹੈ? ਜਦੋਂ ਉਹਦੀ ਕਹੀ ਹੋਈ ਗੱਲ ਤੇ ਜਾ ਕੇ ਉਸ ਘਰ ਵਿੱਚ ਬੈਲ ਮਾਰਾਂਗੇ, ਅੱਗੋਂ ਉਹੀ ਮਨੁੱਖ ਬਾਹਰ ਆ ਜਾਏਗਾ, ਕਹਾਂਗੇ ਵਿਸ਼ਵਾਸ ਠੀਕ ਹੈ। ਯਾਦ ਰੱਖਣਾ, ਗੁਰੂ ਦੇ ਕਹੇ ਹੋਏ ਬਚਨਾਂ ਤੇ ਤੁਰੇ। ਪਰਮਾਤਮਾ ਹੈ, ਘੱਟ ਘੱਟ ਵਿੱਚ ਹੈ। ਜਿਵੇਂ ਜਾ ਕੇ ਪਰਮਾਤਮਾ ਦੇ ਦਰ ਤੇ ਬੈਲ ਮਾਰਾਂਗੇ, ਉਹ ਬਾਹਰ ਆ ਜਾਏਗਾ, ਪਤਾ ਲੱਗ ਜਾਏਗਾ ਉਹ ਸਾਹਮਣੇ ਖੜਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਉਦੋਂ ਪਤਾ ਲੱਗਣਾ ਸਾਹਮਣੇ ਆ ਗਿਆ ਬਾਹਰ। ਪਹਿਲਾਂ ਤੁਰੇ ਹਾਂ ਅੰਧ ਵਿਸ਼ਵਾਸ ਤੋਂ, ਵਿਸ਼ਵਾਸ ਹੌਲੀ ਹੌਲੀ ਬਣੇਗਾ। ਵਿਸ਼ਵਾਸ ਉਸ ਦਿਨ ਪੂਰਾ ਹੋ ਜਾਏਗਾ ਜੋ ਕੁਛ ਉਹ ਕਹਿ ਰਿਹਾ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਜੋ ਜੋ ਉਹਨਾਂ ਕਿਹਾ ਸੋ ਸੋ ਮੈਨੂੰ ਵੇਖ ਰਿਹਾ ਹੈ, ਸਾਹਮਣੇ ਵੇਖ ਰਿਹਾ ਹੈ। ਉਹਨੇ ਕਹਿ ਦਿੱਤਾ ਹੈ ਦੁਨੀਆ ਦੇ ਵਿੱਚ ਜੋ ਕੁਝ ਵੀ ਹੈ ਇਹ ਝੂਠਾ ਹੈ। ਬੰਦਗੀ ਕੀਤੀ ਹੈ, ਅਨੁਭਵ ਹੋ ਗਿਆ, ਸਹੀ ਗੱਲ ਕਹਿ ਰਹੇ ਨੇ। ਸੰਗ ਸਹਾਈ ਸੁਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਓ ਪ੍ਰੀਤ, ਪਤਾ ਲੱਗ ਗਿਆ। ਇਸ ਕਰਕੇ ਪਹਿਲੀ ਮੰਜ਼ਿਲ ਸ਼ੁਰੂ ਹੁੰਦੀ ਹੈ ਬਚਨ ਮੰਨਣ ਤੋਂ। ਔਰ ਜਿਸ ਦੇ ਮਨ ਦੇ ਅੰਦਰ ਗੁਰੂ ਦੇ ਸ਼ਬਦਾਂ ਦੀ ਵਿਸ਼ਵਾਸ ਨਹੀਂ ਆਇਆ, ਉਹਦੇ ਅੰਦਰ ਪਰਮਾਤਮਾ ਦਾ ਵਿਸ਼ਵਾਸ ਸਾਰੀ ਉਮਰ ਨਹੀਂ ਆ ਸਕਦਾ। ਸਾਰੀ ਉਮਰ ਤੇ ਛੱਡੋ, ਕਈ ਜਨਮ ਹੀ ਨਹੀਂ ਆ ਸਕਦਾ ਜਿਹਦੇ ਅੰਦਰ ਗੁਰੂ ਦੇ ਸ਼ਬਦਾਂ ਦਾ ਵਿਸ਼ਵਾਸ ਨਹੀਂ ਆਇਆ। ਜਿਹਨੂੰ ਗੁਰੂ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਆਇਆ, ਉਹਨੂੰ ਪਰਮਾਤਮਾ ਤੇ ਵਿਸ਼ਵਾਸ ਨਹੀਂ ਆਏਗਾ। ਦੁਨਿਆਵੀ ਤੌਰ ਤੇ ਮਨੁੱਖ ਹਰੇਕ ਕਿਸੇ ਦੀ ਗੱਲ ਮੰਨ ਲੈਂਦਾ ਹੈ, ਹਾਂ ਇਹ ਚੀਜ਼ ਉਹ ਕਹਿ ਰਿਹਾ ਹੋਏਗੀ। ਉਹ ਕਹਿ ਰਿਹਾ ਡਾਕਟਰੀ ਦੇ ਮੈਂ ਇਹ ਵਾਲੀ ਪੜ੍ਹਾਈ ਕਰ ਲਵਾਂ, ਠੀਕ ਕਹਿੰਦਾ ਹੋਏਗਾ, ਇਹਦੇ ਵਿੱਚ ਕੁਝ ਪਤਾ ਨਹੀਂ ਹੈ ਉਹ ਠੀਕ ਹੈ ਕਿ ਨਹੀਂ ਹੈ, ਪਰ ਵਿਸ਼ਵਾਸ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਹਿਲਾਂ ਤੇ ਵਿਸ਼ਵਾਸ ਆ ਜਾਏ ਗੁਰੂ ਦਿਆਂ ਬਚਨਾਂ ਤੇ, ਪਰ ਉਹ ਕਦੋਂ ਆਏਗਾ? ਜਦੋਂ ਤੁਰੇਗਾ। ਜਿਸ ਦਿਨ ਉੱਥੇ ਵਿਸ਼ਵਾਸ ਆ ਗਿਆ, ਮਹਾਰਾਜ ਕਹਿੰਦੇ ਉਹਨੂੰ ਫਿਰ ਰੱਬ ਚੇਤੇ ਆ ਜਾਂਦਾ। ਫਿਰ ਉਹਦੇ ਨਾਲ ਕੀ ਕੀ ਵਾਪਰਦਾ ਹੈ ਵੇਖੋ। ਕਹਿੰਦੇ ਭਗਤ ਭਗਤ ਸੁਣੀਏ ਤੇ ਹਿਲੋਏ। ਤਿੰਨਾਂ ਲੋਕਾਂ ਦੇ ਵਿੱਚ ਉਹਨੂੰ ਫਿਰ ਲੋਕੀ ਭਗਤ ਭਗਤ ਹੀ ਕਹਿੰਦੇ। ਤਿੰਨਾਂ ਲੋਕਾਂ ਦੇ ਵਿੱਚ। ਔਰ ਮੈਂ ਆਪ ਜੀ ਦੇ ਸਾਹਮਣੇ ਇਹ ਬੇਨਤੀ ਕਰਾਂ, ਅਤ ਦਰਜੇ ਦੀ ਪਾਪਣ ਹੁੰਦੀ ਹੈ ਗਨਕਾ। ਸਿਰਫ ਉਹ ਵਿਸ਼ਵਾਸ ਕਰ ਲੈਂਦੀ ਹੈ ਉਹ ਸਾਧੂ ਦੀਆਂ ਬਚਨਾਂ ਤੇ, ਉਹਨੂੰ ਨਹੀਂ ਪਤਾ ਸਾਧੂਆਂ ਬਾਰੇ, ਉਹਨੂੰ ਤੇ ਪਤਾ ਹੀ ਨਹੀਂ। ਬਸ ਉਹਨੂੰ ਵਿਸ਼ਵਾਸ ਆ ਜਾਂਦਾ ਹੈ, ਇਹ ਕਹਿ ਰਹੇ ਹੈ ਮੈਂ ਇਹਦਾ ਬਚਨ ਪਕਾਉਣਾ, ਇਹਨੇ ਕਿਹਾ ਤੂੰ ਇਹਦਾ ਨਾਮ ਜਪਿਆ ਕਰ, ਮੈਂ ਜਪਣਾ ਹੈ ਬਸ। ਉਹਨੇ ਕਿਹਾ, ਉਹਨੇ ਮੰਨ ਲਿਆ। ਗਣਕਾਂ ਨੂੰ ਤਿੰਨਾਂ ਲੋਕਾਂ ਦੇ ਵਿੱਚ ਅੱਜ ਵੀ ਭਗਤ ਨਹੀਂ ਕਿਹਾ ਜਾਂਦਾ ਹੈ। ਅੱਜ ਵੀ ਭਗਤ ਭਗਤ ਸੁਣੀਏ ਤੇ ਹਿਲੋਏ। ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਭਗਤ ਕਿਹਾ ਜਾਂਦਾ ਹੈ। ਭਗਤ ਰਵਿਦਾਸ ਜੀ,
सिर्फ गुरु का बचन कमाया, परमानंद जी के कहण ते हरी हरी कीता, हरी हरी करन दे नाल तिन्ना लोकां दे विच अज उन्हां नूं भगत भगत कहा जाता। तिन्ना लोकां जो गुरु के शब्दां ते विश्वास आ गया, तिन्ना लोकां दे विच भगत भगत कहा जाता। अगे कहंदे ने जा के हिरदै एक होए। उस मनुख नूं सारी दुनिया ही भगत कहती है जिस दे हिरदे दे विच एक परमात्मा टिक जाता है, उसका ज्ञान टिक जाता है, उसकी रोशनी उस दे अंदर टिक जाती है। अगे कहते हैं सच करनी। हुण ये दसदे ने लोकी उन्होंने भगत भगत क्यों कहते हैं, क्योंकि उसकी करनी ते कथनी विच फर्क नहीं है। असल दे विच ऐसा ही हुंदा है, मनुख की करनी कुछ हुंदी है, कथनी कुछ हुंदी है। मन कुछ कह रहा हुंदा है, शरीर कुछ कमा रहा हुंदा है। मन कुछ कह रहा हुंदा है, शरीर कुछ कर रहा हुंदा है। पर जिस दी करनी ते जिस दी कथनी एक हो गई है, जेड़ा अंदरों भी निर्मल है बाहरों भी निर्मल, बाहरों निर्मल अंदरों निर्मल। सतगुरु ते करनी कमाणी, कूड़ की सोए पहुंचे नाही, मनसा मन समाणी, मनसा सच समाणी। जदों ये दोवें गल्लां पक्कियां हो गईयां, बाहर भी सच अंदर भी सच। हुण मनुख बड़ी वारी बाहरी तौर पर दयालता दीयां गल्लां करदा है, मजबूरी है। बाहरी तौर पर मनुख ईमानदार है, बड़ी बारी मजबूरी हुंदी है ईमानदारी दी। और मस्कीन जी कहंदे हुंदे सी मनुख हजे तो ईमानदार है, कारण एक ही हो सकता है, शायद उन्होंने बेईमानी का मौका नहीं मिले। बस हजे तो उसका आचरण ठीक है, विचारी होने का मौका नहीं मिला। बड़ी बारी लोग कहते हैं अमरीका वर्गे मुल्कों च जाइए बड़ी ईमानदारी है, बहुत ईमानदारी है, उत्थे लोग बड़े ईमानदार ने। हजे उन्होंने बाहरों बाहरों वेख्या, कहते हैं एक बारी न्यूयॉर्क दे विच लाइट भज गई, उत्थे लाइट भजी, जिन्नियां चोरियां कल्ले न्यूयॉर्क च हुईयां सारे कैमरे बंद हो गए। जिन्नियां चोरियां कल्ले न्यूयॉर्क च हुईयां इन्नियां किते नहीं हुईयां। ਇਹਦਾ मतलब यह है चोरी का तो अंदरों दिल हुंदा है, बस डर लगता कोई वेख ना ले। डर कानून का है, डर समाज का है। जिस दिन मन चोरी वाले बन्नों हट गया, जो मन सच्चा हो गया, उदों तन भी सच्चा अपने आप ही हो जाएगा। कई बारी तन तो सच्चा हुंदा है, मन सच्चा नहीं हुंदा। मुख ते सच्चे बचन बोलदा है, मन सच्चा नहीं हुंदा। सच करनी सच ता की रहत, सच हिरदै सतमुख कहत। हिरदे विच भी सच ते मुखों भी मनुख सच ही बोलता है। जो अंदर सच है फिर बाहर भी सच होएगा। और साध संगत आप जी के सामने बेनती करते हैं, सच अंदरों प्रगट होंदा है, बाहरों अंदर नहीं जाता। सच अंदरों बाहर होंदा है। बाहरों तो सिर्फ प्रेरणा मिलती है, सच मनुख के अंदर है। सच उस दे अंदर है, हिरदे दे अंदर सच है, बाहर सच नहीं है। घट ही मैं अमृत भरपूर है, मन मुखा साध ना पाया, सच उहदे अंदर है। जदों तक अंदर वाले सच का पता नहीं लग्या, उदों तक मनुख का सच भी झूठा ही हुंदा है। मैं इस चीज़ को फिर बयान करा, जदों तक अंदर वाले सच का नहीं पता लग्या, जदों तक अंदरों सच प्रगट नहीं होया, बाहरों जो सच वरत रहे है वह झूठा ही है, बाहरों मैला ही है। जे बाहरों दान हो रहे है वह मैला ही है। जे अंदर सच नहीं है, बाहर दान है वह भी मैला है। बाहर तीर्थां ते गया वह भी मैला है। बाहर धार्मिक कर्म किए ने, भावें लोगों को पानी पियाया, भावें दान पुण्य किया, भावें रोटी खवाई है, वह भी मैला ही है। क्यों? क्योंकि ऐसे कर्म भी जेडे हुंदे ने सिर्फ हौमे ही पैदा करते हैं, होर कुछ नहीं। हौमे अंदर पैदा करते हैं। जदों तक अंदरों सच प्रगट नहीं होया, बाहर का जिहड़ा सच भी है वह भी झूठा ही हुंदा है। बाहर तौर पर जिन्ने सतव गुण किए ने, यह भी मनुख अंदर हंकार लियाउंदे ने। ठीक है, बाहरी तौर पर सेवा की है, बाहरी तौर पर लोगों को लंगर छकाया, इस पुण्य का फल उन्होंने जरूर मिलेगा, ये जरूरी है। पर इसका मतलब यह नहीं है
इस पुण्य के बदले उसनों परमात्मा का ज्ञान मिल जाएगा, ऐसा नहीं है। इस दे बदले उन्होंने ज्ञान नहीं मिलेगा। इस दिते हुए पुण्य का सिर्फ एक फल है, इनू स्वर्ग मिल जाएगा। बारी तौर पर सतगुण करता है, बारी तौर पर चंगे काम करता है, उन्होंने कामों का फल यह है, इसनों सुख मिल जाएगा। सुख भोगेगा फिर दुख आ जाएगा। सुख ते दुख चलते रहते हैं, आनंद इसनों नहीं मिलेगा। आनंद वखरी चीज़ है, सुख ते दुख वखरिया चीज़ां ने, ये चलते रहते हैं। बाणी कहती है आनंद सुनो वड भागी हो, सगल मनोरथ पूरे, पार ब्रह्म प्रभ पाया, उतरे सगल विसूरे। जिस दिन पार ब्रह्म मिल गया, सारी दुख उतर जाएंगे, सारी बीमारियां उतर जाएंगियां। जिस दिन पार ब्रह्म मिल जाता है, पार ब्रह्म के मिलन के नाल ही, उसका मिलन का मतलब यह है सारे विकार खत्म हो गए। उस दे मिलन का मतलब यह है सारे दुख नष्ट हो गए। उस दे मिलन का मतलब यही है दुख रहे ही नहीं, सुख ही सुख है, बस आनंद ही आनंद है। ये मतलब है। मनुख की कई बार करनी कुछ होर हुंदी है, कथनी कुछ होर हुंदी है। करनी दे करके वो बाहरों संत हुंदा है, कथनी दे करके असंत हुंदा है। करनी दे करके बाहरी तौर पर कर्मा करके वो भगत हुंदा है, अंदरले तौर पर जिहड़ी उहदी मन की दशा है उहदे करके महापापी हुंदा है। ऐसा भी हो सकता है। और ऐसा गुरु नानक साहब जी ने पाज बड़ा उघेड़िया सी। गुरु नानक साहब हरिद्वार गए, बाहरी तौर पर बैठे ने समाधि ला के, सन्यासी जी अखा बंद करके बैठे ने, बाहरों तो इवें लगते हैं जिवें रब का नाम जप रहे हैं, पता नहीं कितनी अवस्था के मालक ने। बाहरों तो इवें लगता है। धर्म के बाहरी तौर पर धार्मिक हो जाना एक श्रृंगार है, होर कुछ भी नहीं है। बाहरी तौर पर धार्मिक हो जाना एक श्रृंगार है, इस तो वध कुछ भी नहीं है। अंदरली तौर पर धार्मिक हो जाना ये साधना है और ये बड़ी कठिन है। बाहरी तौर पर धार्मिक हो जाना 10 मिनटों का खेल है। अंतरीवी तौर पर सच आ जाना जन्मा जन्मां की मेहनत है। अंदर बड़े विकार संस्कार ने, उन्होंने कटना कोई छोटी बात नहीं है। बाणी दे विच क्या कहा है, कहो नानक यह खेल कठिन है, खन्ने हो तिखी वाल हो निकी, एत मार्ग जाना। ये मत जान लेना गुरु के कहे हुए वचन ने जेड़े, सिक्खी है बड़ी आसान है। 5-4 मिनट गुरुद्वारे सेवा की तो सिक्खी मिल गई है, ऐसा नहीं है। बाहरी तौर पर सिख बन जाना छोटा जा खेल है, अंतरीवी तौर पर सिख बनना जन्मा जन्मां की साधना है। साधना है, गुरु के बचन कमाने ने साधना है। मन नहीं मनता, मन अपने तो सवै किसी की मनता ही नहीं, यही दा इलाज है। घरां दे विच जिन्नियां लड़ाइयां ने इसे चीज़ दियां ने। हरेक मनुख का मन ये कहता मैं सर्वश्रेष्ठ हाँ, बाकी सारे ही छोटे ने, मेरी गल मन्नी जाए बाकी किसी की मनो ही ना। मन तो यह कहता है, जिथे भी जाएगा मन यही रोला पाउंदा मैं सच्चा हाँ, बाकी सारे ही झूठे ने, मैनू ज्ञान है। गुरु नानक साहब जी ने वेख्यो बाहर बैठा सी, बाहरों तो इवें लगता है संत है, अगे उहदे माया वाला लोटा पिया। गुरु नानक साहब जी ने वेख लिया भी ਇਹਦਾ ध्यान लोटे विच ही है, माया विच है, क्योंकि बाहरों तो संत है, अंदर ध्यान माया विच है। महाराज ने लोटा चुक के पीछे रख दिता। उन्हें वेख्या लोटा नहीं है, रोला पा लिया बहुत ज़्यादा, भज पिया। कहना महाराज नूं कहंदा तुसीं लोटा चुक्या। महाराज ने तुहानूं ते त्रिलोकी के दर्शन हुंदे ने, अखा बंद करो तो अपना गड़वा भी लभ लो। महाराज नूं बाणी दे सच्चे पातशाह नूं खिज पिया, महाराज के पिछे भज पिया। महाराज कहते लोगों को क्यों ठगदे हो, बगलियां जिवें ध्यान ला के क्यों बहिंदे हो, जदों धार्मिक नहीं हो सीधे कह दो साडा मन नहीं अजे तक सुधरिया। और मन का सुधर जाना ये बड़ी वड्डी गल है। मन मन जाए जे को मन जाने मन कोए, मन जाए मन, ये बड़ी वड्डी साधना है। बाणी दे विच महाराज कहते ने जतन बहुत मैं कर रहे हो, मिटे हो ना मन को मान, मन का मान नहीं मिटदा। मन खुट हर तेरा नहीं विसासा, मन का विश्वास ही नहीं है। ये केड़ी थां ते कदों डोल जाएगा कोई पता नहीं है। पहली गल तो डोलिया ही पिया,
ਡੋਲ ਕਿੱਥੇ ਜਾਏਗਾ ਤੇ ਵੱਖਰੀ ਗੱਲ ਹੈ, ਪਰ ਇਹ ਕਿੱਥੇ ਡੋਲ ਜਾਏ ਇਹਦਾ ਕੋਈ ਪਤਾ ਨਹੀਂ ਹੈ। ਇਹ ਬੜੀ ਸਾਧਨਾ ਹੈ। ਪਰ ਜਿਹੜਾ ਹਜੇ ਤਾਈਂ ਇਹ ਕਹਿ ਦਿੰਦਾ ਹੈ ਕੀ ਲੋੜ ਹੈ ਗੁਰੂ ਦੇ ਕੋਲ ਸੰਗਤ ਵਿੱਚ ਜਾਣ ਦੀ, ਮਨ ਸਾਫ਼ ਹੋਣਾ ਚਾਹੀਦਾ ਹੈ, ਇਹਦਾ ਮਤਲਬ ਤੇ ਉਹਨੂੰ ਮਨ ਬਾਰੇ ਤੇ ਪਤਾ ਹੀ ਨਹੀਂ ਹੈ ਹਜੇ। ਜਿਹੜਾ ਕਹਿੰਦੇ ਨਾ ਮਨ ਸਾਫ਼ ਹੋਣਾ ਚਾਹੀਦਾ, ਉਹਨੂੰ ਹਜੇ ਮਨ ਬਾਰੇ ਨਹੀਂ ਪਤਾ ਲੱਗਿਆ। ਜਿਸ ਨੂੰ ਮਨ ਸਾਫ਼ ਹੋਣ ਦਾ ਪਤਾ ਲੱਗਿਆ ਉਹ ਤੇ ਬੋਲਦਾ ਹੀ ਨਹੀਂ ਹੈ। ਮਨ ਸਾਫ਼ ਹੋਣਾ ਚਾਹੀਦਾ ਹੈ। ਜਿਹਦਾ ਮਨ ਸਾਫ਼ ਹੋ ਗਿਆ ਉਹ ਤੇ ਹੈ ਹੀ ਵੱਖਰਾ ਹੈ। ਮਨ ਸਾਫ਼ ਨਹੀਂ ਹੁੰਦਾ। ਜਿਹੜੇ ਇਹ ਕਹਿ ਦਿੰਦੇ ਨੇ ਮੇਰਾ ਮਨ ਸਾਫ਼ ਹੈ, ਸਭ ਤੋਂ ਮੈਲਾ ਹੀ ਉਹਦਾ ਹੈ, ਹੋਰ ਕਿਸੇ ਦਾ ਹੈ ਹੀ ਨਹੀਂ। ਜਿਹੜਾ ਇਹ ਕਹਿੰਦਾ ਮੇਰਾ ਮਨ ਸਾਫ਼ ਹੈ, ਗੁਰਬਾਣੀ ਕਹਿੰਦੀ ਹੈ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ, ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਉਹਦੇ ਤੇ ਨੇੜੇ ਅਜੇ ਤਾਈਂ ਭਲਾਈ ਹੈ ਹੀ ਨਹੀਂ। ਜਿਹੜਾ ਇਹ ਕਹਿ ਦਿੰਦਾ ਆਪਣਾ ਤੇ ਮਨ ਸਾਫ਼ ਹੈ, ਸਾਨੂੰ ਕੀ ਲੋੜ ਹੈ, ਕਹਿੰਦੇ ਹਜੇ ਤਾਈਂ ਤੇਰਾ ਮਨ ਛੱਡ, ਹਜੇ ਤੇ ਕੁਝ ਹੋਇਆ ਹੀ ਨਹੀਂ, ਇਹ ਤੇ ਸ਼ੁਰੂਆਤ ਹੀ ਨਹੀਂ ਹੋਈ ਹੈ। ਮਨ ਸਾਫ਼ ਨਹੀਂ ਹੁੰਦਾ। ਮਨ ਦਾ ਸਾਫ਼ ਹੋ ਜਾਣਾ ਹੀ ਪਰਮੇਸ਼ਰ ਦਾ ਮਿਲਣਾ ਹੈ, ਉਹਦਾ ਸਾਫ਼ ਹੋ ਜਾਣਾ। ਫਿਰ ਜਿਹੜਾ ਕਹਿੰਦਾ ਮੇਰਾ ਮਨ ਸਾਫ਼ ਹੈ, ਫਿਰ ਤੇ ਉਹ ਬ੍ਰਹਮ ਗਿਆਨੀ ਹੈ, ਹੋਰ ਕੁਝ ਨਹੀਂ। ਬ੍ਰਹਮ ਗਿਆਨੀ ਦਾ ਹੀ ਸਾਫ਼ ਹੁੰਦਾ, ਹੋਰ ਕਿਸੇ ਦਾ ਨਹੀਂ ਹੁੰਦਾ। ਫਿਰ ਤੇ ਉਹਨੂੰ ਕਹਿ ਦੇਣਾ ਚਾਹੀਦਾ ਮੈਂ ਹੀ ਬ੍ਰਹਮ ਗਿਆਨੀ ਹਾਂ। ਫਿਰ ਮੈਂ ਬੇਨਤੀ ਕਰਨਾ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਨੇ, ਅੰਦਰੋਂ ਵੀ ਇੱਕ ਨੇ ਬਾਹਰੋਂ ਵੀ ਇੱਕ ਨੇ, ਅੰਦਰ ਤੇ ਬਾਹਰੋਂ ਇੱਕ ਨੇ। ਅੱਗੇ ਅੰਤ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ। ਇਹ ਜਿਹੜੀ ਦੁਨੀਆ ਵਿਖ ਰਹੀ ਹੈ, ਜੈਸੀ ਅੱਜ ਵਿਖ ਰਹੀ ਹੈ, ਇਹ ਸਾਡੀ ਕਲਪਨਾ ਹੈ। ਜਿਵੇਂ ਅਸੀਂ ਅੱਜ ਇਹਨੂੰ ਵੇਖ ਰਹੇ ਹਾਂ, ਇਹ ਬਾਹਰੀ ਤੌਰ ਤੇ ਜਿਹਨੇ ਜਿਹਨੇ ਜੋ ਦੱਸਿਆ ਉਵੇਂ ਮੰਨੀ ਹੋਈ ਹੈ। ਹਜੇ ਇਹ ਸੱਚੀ ਲੱਗ ਰਹੀ ਹੈ, ਪਰ ਜਿਸ ਦਿਨ ਅੰਦਰ ਗਿਆਨ ਹੋ ਜਾਏਗਾ ਇਹ ਸਭ ਕੁਝ ਸੱਚਾ ਹੀ ਲੱਗੇਗਾ, ਝੂਠ ਖਤਮ ਹੋ ਜਾਏਗਾ। ਪਤਾ ਲੱਗ ਜਾਏਗਾ ਇਹ ਛਿਣ ਬਿੰਗੁਰ ਹੈ, ਸਦਾ ਨਹੀਂ ਰਹਿਣੀ। ਇਹ ਕਾਇਆ ਜਿਹੜੀ ਹੈ ਇਹ ਸਦਾ ਨਹੀਂ ਰਹਿਣੀ। ਇਹ ਉਦੋਂ ਪਤਾ ਲੱਗਣਾ ਜਦੋਂ ਅੰਦਰ ਸੱਚ ਆ ਗਿਆ। ਅੰਤ ਦੇ ਵਿੱਚ ਮਹਾਰਾਜ ਕਹਿੰਦੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਜਿਨ੍ਹਾਂ ਨੇ ਪਰਮਾਤਮਾ ਨੂੰ ਸੱਚਾ ਕਰਕੇ ਮੰਨ ਲਿਆ, ਉਹੀ ਮਨੁੱਖ ਸੱਚਾਈ ਵਿੱਚ ਸਮਾ ਜਾਂਦੇ ਨੇ। ਪਰਮਾਤਮਾ ਤੇ ਵਿਸ਼ਵਾਸ ਆ ਜਾਏ, ਇਹ ਸਭ ਤੋਂ ਵੱਡੀ ਸਾਧਨਾ ਹੈ। ਸੰਗਤ ਵਿੱਚ ਤਾਂ ਹੀ ਆਇਆ ਜਾਂਦਾ ਹੈ ਕਿਤੇ ਉੱਤੇ ਵਿਸ਼ਵਾਸ ਆ ਜਾਏ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਦੋਂ ਹੀ ਪਰਮਾਤਮਾ ਦਾ ਵਿਸ਼ਵਾਸ ਆ ਗਿਆ, ਰਾਜਾ ਤੇ ਰੰਗ ਬਰਾਬਰ ਹੋ ਜਾਣਗੇ। ਕੋਈ ਰਾਜਾ ਨਹੀਂ, ਕੋਈ ਗਰੀਬ ਨਹੀਂ। ਸਿੱਧਾ ਮਨੁੱਖ ਰਾਜਾ ਉਹਦੇ ਵਾਸਤੇ ਰਾਜਾ ਨਹੀਂ ਰਹੇਗਾ। ਉਹਨੂੰ ਪਤਾ ਲੱਗ ਜਾਏਗਾ ਇਹ ਰਾਜਾ ਸਦਾ ਨਹੀਂ ਰਹਿਣਾ, ਕਿੰਨੇ ਦਿਨ ਰਾਜਾ ਰਹੇਗਾ। ਉਹਦੇ ਵਾਸਤੇ ਗਰੀਬ ਤੇ ਅਮੀਰ ਬਰਾਬਰ, ਉਹਦੇ ਵਾਸਤੇ ਖੁਸ਼ੀ ਤੇ ਗਮੀ ਬਰਾਬਰ, ਉਹਦੇ ਵਾਸਤੇ ਸੋਨਾ ਤੇ ਮਿੱਟੀ ਬਰਾਬਰ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਣ। ਉਸ ਤੋਂ ਪਤਾ ਲੱਗਦਾ ਹੈ। ਇਸ ਕਰਕੇ ਪਹਿਲਾਂ ਪਰਮਾਤਮਾ ਨੂੰ ਮੰਨਣਾ, ਉਹ ਹੈ, ਉਹ ਘੱਟ ਘੱਟ ਵਿੱਚ ਹੈ, ਹਰ ਥਾਂ ਤੇ ਉਹ ਵਸਦਾ ਹੈ, ਐਸਾ ਉਹਨੂੰ ਵੇਖ ਲੈਣਾ। ਉਹਨੂੰ ਕਹਿ ਦੇਣਾ ਇਹ ਸਿਰਫ ਮੂੰਹ ਦੇ ਬੋਲ ਨੇ। ਇਹਨੂੰ ਬਾਣੀ ਕਹਿੰਦੀ ਸੁਣ ਵੱਡਾ ਆਖਿਆ ਸਭ ਕੋਏ। ਉਹਨੂੰ ਕਹਿ ਦੇਣਾ ਬੜਾ ਵੱਡਾ ਹੈ, ਬੜਾ ਵੱਡਾ ਹੈ। ਇਹ ਸਿਰਫ ਮੂੰਹ ਦੀਆਂ ਗੱਲਾਂ ਨੇ। ਮੋਹ ਕਹ ਕਹਿਆ ਵਾਓ, ਮੁੱਖ ਦੀਆਂ ਗੱਲਾਂ ਨੇ। ਉਹਨੂੰ ਮਾਣ ਲੈਣਾ, ਉਸ ਨੂੰ ਮਹਿਸੂਸ ਕਰ ਲੈਣਾ, ਇਹ ਸਾਧਨਾ ਹੈ। ਔਰ ਬੜੀ ਕਠਿਨ ਸਾਧਨਾ ਹੈ, ਬੜੀ ਤਕੜੀ ਸਾਧਨਾ ਹੈ। ਜਿਗਿਆਸੂ ਨੂੰ ਇਹ ਚਾਹੀਦਾ ਰੋਜ਼ ਰੋਜ਼ ਸਾਧਨਾ ਕਰੇ, ਤਾਂ ਹੀ ਜਾ ਕੇ ਉਹਨੂੰ ਪਰਮਾਤਮਾ ਤੇ ਵਿਸ਼ਵਾਸ ਆਏਗਾ। ਜਿਸ ਦਿਨ ਪਰਮਾਤਮਾ ਤੇ ਵਿਸ਼ਵਾਸ ਆ ਗਿਆ, ਰਿਜ਼ਕ ਦੇ ਡਰ ਖਤਮ ਹੋ ਜਾਣਗੇ, ਮੌਤ ਦਾ ਡਰ ਖਤਮ ਹੋ ਜਾਏਗਾ, ਸਾਰੇ ਹੀ ਡਰ ਖਤਮ ਹੋ ਜਾਣਗੇ। ਕੋਈ ਡਰ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ। ਸਾਰੇ ਹੀ ਡਰ ਖਤਮ। ਇਹ ਡਰ ਹੀ ਖਤਮ ਹੋ ਜਾਏਗਾ। ਅੱਗੇ ਕੀ ਹੋਏਗਾ ਉਹਨੂੰ ਪਤਾ ਲੱਗ ਜਾਣਾ ਹੈ। ਅੱਗੇ ਕਿਹਦੇ ਨਾਲ ਕੀ ਹੋਏਗਾ ਕਿਸੇ ਨੂੰ ਵੀ ਨਹੀਂ ਪਤਾ। ਜਿਹੜੇ ਅੱਜ ਅਮੀਰ ਨੇ ਕੱਲ੍ਹ ਨੂੰ ਗਰੀਬ ਹੋ ਜਾਣ, ਇਹ ਕਿਸੇ ਨੂੰ ਨਹੀਂ ਪਤਾ। ਜਿਹੜੇ ਅੱਜ ਗਿਆਨੀ ਨੇ ਕੱਲ੍ਹ ਨੂੰ ਮੂਰਖ ਹੋ ਜਾਣਗੇ, ਇਹ ਵੀ ਨਹੀਂ ਪਤਾ। ਜਿਹੜੇ ਅੱਜ ਮੂਰਖ ਨੇ ਕੱਲ੍ਹ ਨੂੰ ਗਿਆਨੀ ਬਣ ਜਾਣਗੇ, ਇਹ ਵੀ ਕਿਸੇ ਨੂੰ ਨਹੀਂ ਪਤਾ। ਜਿਹੜੇ ਧਰਾਤਲ ਤੇ ਪਏ ਨੇ ਕੱਲ੍ਹ ਨੂੰ ਅਸਮਾਨਾਂ ਤੇ ਪਹੁੰਚ ਜਾਣਗੇ, ਇਹ ਵੀ ਕਿਸੇ ਨੂੰ ਨਹੀਂ ਪਤਾ। ਇਸ ਕਰਕੇ ਉਹ ਮਨੁੱਖ ਹਮੇਸ਼ਾ ਪਰਮਾਤਮਾ ਤੋਂ ਡਰਦਾ ਹੀ ਹੈ, ਹਮੇਸ਼ਾ ਉਹਦੇ ਡਰ ਦੇ ਵਿੱਚ ਰਹਿੰਦਾ, ਉਹਦੇ ਪਿਆਰ ਵਿੱਚ ਰਹਿੰਦਾ, ਉਹਨੂੰ ਹੀ ਸਭ ਕੁਝ ਮੰਨਦਾ। ਇੰਨੀਆਂ ਬੇਨਤੀਆਂ ਪਰਿਵਾਰ, ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ।
ਕੱਲ ਦੀ ਹੁਣ ਜਿਹੜੀ ਅਸ਼ਟਪਦੀ ਹੈ ਸ਼ੁਰੂਆਤ ਹੋਏਗੀ, ਉਹਦੇ ਵਿੱਚ ਇਹੀ ਸ਼ੁਰੂਆਤ ਹੈ। ਨਾ ਤੇ ਪਰਮਾਤਮਾ ਦਾ ਰੂਪ ਹੈ, ਨਾ ਰੰਗ ਹੈ, ਫਿਰ ਉਹਦੇ ਨਾਲ ਮਨ ਪ੍ਰਭਾਵਿਤ ਕਿਵੇਂ ਹੋਏ? ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇ ਗੁਣ ਤੇ ਪ੍ਰਭ ਭਿੰਨ। ਉਹਦੇ ਤੇ ਤਿੰਨੇ ਚੀਜ਼ਾਂ ਨਹੀਂ। ਹੁਣ ਜਿਹਦੀਆਂ ਤਿੰਨੇ ਚੀਜ਼ਾਂ ਨਹੀਂ ਹੁੰਦੀਆਂ ਉਹਦੇ ਵੱਲ ਮਨ ਆਕਰਸ਼ਿਤ ਤੇ ਹੋਏਗਾ ਹੀ ਨਹੀਂ। ਇਹ ਤਿੰਨ ਚਾਹੀਦੀਆਂ ਨੇ। ਇਸ ਤੇ ਅਸੀਂ ਕੱਲ ਨੂੰ ਵਿਚਾਰ ਕਰਾਂਗੇ ਕਿਵੇਂ ਤਿੰਨ ਹੋਣ, ਕਿਵੇਂ ਉਹਦੇ ਨਾਲ ਜੇ ਕਿਵੇਂ ਮਨੁੱਖ ਨੂੰ ਬੁੱਝ ਸਕਦਾ ਹੈ। ਇਹ ਜਿਹੜੀ ਪਹੇਲੀ ਹੈ, ਕੱਲ ਨੂੰ ਇਹਦੇ ਤੇ ਵਿਚਾਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਕੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਗੁਰੂ ਜੀ ਕਿਰਪਾ ਕਰਨ, ਸਰਬੱਤ ਸਤ ਸੰਗੀਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਆਪ ਜੀ ਨੂੰ ਉਦਮ ਉਪਰਾਲੇ ਬਖਸ਼ਣ। ਐਵੇਂ ਆਪ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਬਾਰੇ, ਉਸ ਦੇ ਬਾਰੇ ਜਿਹਦੇ ਬਾਰੇ ਮਨੁੱਖ ਕੁਛ ਲੈਣ ਲਈ ਆਇਆ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਉਹਦੇ ਬਾਰੇ ਅਸੀਂ ਕੱਲ ਨੂੰ ਸੱਚੇ ਪਾਤਸ਼ਾਹ ਵਿਚਾਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।